इस वक्त असी जलंधर दे विच ही मौजूद हाँ, जिथे साडे नाल मौजूद ने कंप्लेंट जिन्हां ने दर्ज करवाई सीगी। इस वक्त वो भी SSP ऑफिस दे बाहर बैठे ने, धरने ते बैठे ने। उन्हां नाल गलबात करदे हां। हरजिंदर सिंह जी है इन्हां दा नाम। हरजिंदर जी, जेकर गल कीती जावे, तुसीं कद ये कंप्लेंट दर्ज करवाई सीगी ते जिहड़े अफसर उत्थे बैठे हुए सीगे उस वेले उन्हां दा की रिप्लाई रहा, की रवैया रहा उन्हां दा? ਅਸੀਂ ਨਾ ਕੱਲ ਸਵੇਰ ਦੇ ਇੱਥੇ ਆਏ ਹੋਏ ਹਾਂ। ਕੱਲ ਸਵੇਰੇ ਅਸੀਂ ਕੁਝ 6 ਜਣੇ ਇੱਥੇ ਆ ਕੇ ਅਸੀਂ ਆਪਣੇ ਨਿੱਜੀ ਤੌਰ ਤੇ ਇਸ ਕੰਪਲੇਂਟ ਨੂੰ ਜਿਹੜਾ ਅੱਗੇ ਫਾਰਵਰਡ ਕੀਤਾ ਸੀ SSP ਨੂੰ। SSP ਸੀਗੇ ਅੱਗੇ ਨਵੀਨ ਸਿੰਘਲਾ ਜੀ, ਉਹਨਾਂ ਨੇ ਉਸ ਕੰਪਲੇਂਟ ਨੂੰ ਰਿਸੀਵ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿਉਂਕਿ ਉਸ ਕੰਪਲੇਂਟ ਬਾਰੇ ਉਹਨਾਂ ਨੂੰ ਉਸ ਵੇਲੇ ਉਹਨਾਂ ਨੇ ਜਿਸ ਤਰੀਕੇ ਨਾਲ ਜਤਾਇਆ ਕਿ ਉਹਨਾਂ ਨੂੰ ਉਸ ਗੱਲ ਬਾਰੇ ਨਹੀਂ ਪਤਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਥੋੜਾ ਸਮਾਂ ਚਾਹੀਦਾ ਤਾਂ ਕਿ ਮੈਂ ਤਫਤੀਸ਼ ਕਰਕੇ ਤੁਹਾਨੂੰ ਦੱਸਾਂ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ। ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਸ਼ਾਮ ਤੱਕ ਦੁਬਾਰਾ ਉਹਨਾਂ ਨੂੰ ਇਸ ਗੱਲ ਬਾਰੇ ਪੁੱਛ ਲਈਏ, ਕਿਉਂਕਿ ਸ਼ਾਮ ਤੱਕ ਬਹੁਤ ਸਾਰੀ ਹੋਰ ਜਥੇਬੰਦੀਆਂ ਦਾ ਵੀ ਫਿਰ ਇਕੱਠ ਹੋਇਆ ਸੀ ਤੇ ਜਦੋਂ ਸਾਰੀ ਜਥੇਬੰਦੀਆਂ ਨੇ ਇਕੱਠ ਕੀਤਾ ਤੇ ਉਹਨਾਂ ਨੇ ਦੁਬਾਰਾ SSP ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਜਿਹੜੇ ਐਡੀਸ਼ਨਲ SSP ਸੀ ਉਹਨਾਂ ਨੇ ਸਾਨੂੰ ਰਿਸੀਵ ਕੀਤਾ ਸੀਗਾ ਔਰ ਅਸੀਂ ਉਹਨਾਂ ਨੂੰ ਐਜ਼ ਅ ਐਵੀਡੈਂਸ ਉਸ ਵੇਲੇ CD ਵੀ ਦਿੱਤੀ ਸੀਗੀ ਜਿਹੜੀ ਗੁਰਦਾਸ ਮਾਨ ਵੱਲੋਂ ਟਿੱਪਣੀ ਕੀਤੀ ਤੇ ਉਹ ਸਾਰੀ ਜਿਹੜੀ ਘਟਨਾ ਸੀ ਉਹਨਾਂ ਨੇ ਸਮਝਣ ਤੋਂ ਬਾਅਦ ਸਾਨੂੰ ਕਿਹਾ ਕਿ ਸਾਨੂੰ ਤਕਰੀਬਨ 12 ਘੰਟੇ ਹੋਰ ਦੇ ਦਿਓ, ਅਸੀਂ 12 ਘੰਟੇ ਦੇ ਅੰਦਰ ਕਿਸੇ ਨਾ ਕਿਸੇ ਨਤੀਜੇ ਤੇ ਆ ਜਾਵਾਂਗੇ ਤਾਂ ਕਿ ਅਸੀਂ ਜੋ ਵੀ ਤੁਸੀਂ ਚਾਹੁੰਦੇ ਹੋ ਉਹਦੇ ਬਾਰੇ ਅਸੀਂ ਤੁਹਾਡਾ ਕੋਈ ਸਾਥ ਦੇ ਸਕੀਏ। ਸੋ ਉਹ ਅੱਜ ਉਸ ਗੱਲ ਨੂੰ तकरीबन 24 घंटे हो चुके हैं। पहले 6 घंटे मंगे, फिर 12 घंटे मंगे, 18 घंटे तो ये हो गए। उस तो बाद हजे भी तुसीं इत्थे अड़ीक रहे हो ते वो यही कह रहे ने कि पहले तुहाडे बयान दर्ज करवा ले, फिर घंटा वेट करो। ये वेट ही करवाई जा रही हैगी आ। इत्थे प्रशासन नूं किस तरीके नाल देखदे हो? किते ना किते लगदा है कि ओह इंसाफ नहीं करना चाहती। असल च ना ਅਸੀਂ ਇਹਨੂੰ ਇਹ ਸਮਝਦੇ ਹਾਂ ਕਿ ਜਿਹੜੀ ਸਾਰੀ ਘਟਨਾ ਨੇ ਇੱਕ ਪਲਾਨ ਘਟਨਾ ਹੈ, ਕਿਉਂਕਿ ਜੋ ਗੁਰਦਾਸ ਮਾਨ ਨੇ ਗੱਲ ਕੀਤੀ ਹੈ ਇਹ ਘਟਨਾ ਉਹਦੇ ਅਖਾੜੇ ਵਿੱਚ ਬੋਲਣ ਦੀ ਕੋਈ ਮਤਲਬ ਵਜ੍ਹਾ ਨਹੀਂ ਬਣਦੀ। ਜਿਹੜੀ ਉਹਨੇ ਗੱਲ ਨੂੰ ਕੀਤਾ ਔਰ ਇਹਨਾਂ ਦਿਨਾਂ 'ਚ ਕੀਤਾ ਇਹਦੇ ਪਿੱਛੇ ਇੱਕ ਵੱਡੀ ਸਿਆਸਤ ਹੈ। ਸੋ ਅਸੀਂ ਸਮਝਦੇ ਹਾਂ ਕਿ ਉਹ ਜੋ ਵੀ ਕਰ ਰਿਹਾ ਉਹ ਕਿਸੇ ਦੇ ਕਹਿਣ ਤੇ ਕਰ ਰਿਹਾ ਤੇ ਉਹ ਘਟਨਾ ਜਿਹੜੀ ਹੈਗੀ ਹੈ ਅਸੀਂ ਉਹਨੂੰ ਕੋਈ ਹੋਰ ਰੂਪ ਨਾ ਦੇ ਸਕੇ ਕੋਈ, ਇਸ ਕਰਕੇ ਅਸੀਂ ਉਹਨੂੰ ਸਿਰਫ ਗੁਰਦਾਸ ਮਾਨ ਤੱਕ ਟਾਰਗੇਟ ਰੱਖਦੇ ਹਾਂ। ਜਿਹੜੀ ਗੁਰਦਾਸ ਮਾਨ ਨੇ ਗਲਤੀ ਕੀਤੀ ਹੈ, ਜਿਹੜਾ ਉਹਨੇ ਇਹ ਬੱਜਰ ਕੁਰੈਤ ਕੀਤੀ ਹੈ, ਇਹਦੀ ਉਹਨੂੰ ਜਿਹੜੀ ਹੈ ਕਾਨੂੰਨੀ ਕਾਰਵਾਈ ਦੇ ਅਕੋਰਡਿੰਗ ਜਿਹੜੀ ਸਜ਼ਾ ਬਣਦੀ ਉਹ ਵੀ ਮਿਲੇ ਤੇ ਜਿਹੜੀ ਪੰਥਕ ਹੈਗੀ ਉਹ ਤਾਂ ਅਸੀਂ ਉਹਨੂੰ ਦੇ ਹੀ ਰਹੇ ਹਾਂ। ਤੇ ਜੇਕਰ ਇਦਾਂ ਹੀ ਗੱਲ ਕੀਤੀ ਜਾਵੇ, ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਆ ਕੇ ਲੋਕਾਂ ਤੋਂ ਮਾਫੀ ਮੰਗੀ ਹੈ। ਕਹਿੰਦੇ ਮੈਂ ਚਾਹੁੰਦਾ ਨਹੀਂ ਸੀ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਨਾ ਤੇ ਜੇਕਰ ਮੇਰੇ ਤੋਂ ਹੋ ਗਿਆ ਤੇ ਮੈਂ 100 ਵਾਰੀ ਹੱਥ ਜੋੜ ਕੇ ਮਾਫੀ ਮੰਗਦਾ ਆ। ਇਹ ਸਾਰੀ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਉਹਨਾਂ ਦੀ ਮੰਗ ਨੂੰ, ਉਹਨਾਂ ਦੀ ਇਸ ਮਾਫੀ ਨੂੰ ਅਪਰੂਵ ਕੀਤਾ ਜਾਏਗਾ? देखो ਜਿਹੜੇ ਇਹ ਗੱਲ ਉਹ ਕਹਿੰਦੇ ਨਾ ਵੀ ਮੈਂ ਮੰਗਦਾ, ਦੇਖੋ ਇੱਕ ਆਮ ਇਨਸਾਨ ਜੋ ਗਲਤੀ ਕਰਦਾ ਨਾ ਉਹਨੂੰ ਤਾਂ ਅਸੀਂ ਕਹਿ ਸਕਦੇ ਵੀ ਚਲੋ ਇੱਕ ਫਸਟ ਟਾਈਮ ਹੋਈ ਹੈ ਗਲਤੀ ਨਾ, ਪਰ ਉਹਦਾ ਇੱਕ ਰਿਕਾਰਡ ਆ ਲੰਬਾ, ਉਹਦੀ ਇੱਕ ਮਾਨਸਿਕਤਾ ਚੋਂ ਇਹ ਸਾਰੀ ਗੱਲ ਨਿਕਲ ਕੇ ਆਈ ਆ ਤੇ ਜਿਹੜਾ ਉਹਦੇ ਮਾਫੀ ਮੰਗਣ ਦਾ ਢੰਗ ਆ ਉਹ ਵੀ ਨਹੀਂ ਪ੍ਰਵਾਨ ਕੀਤਾ ਜਾ ਸਕਦਾ। ਇੱਕ ਪਾਸੇ ਇੱਕ ਸਿੰਗਲ ਪਰਸਨ ਆ, ਇੱਕ ਪਾਸੇ ਕੌਮ ਆ, ਕੌਮ ਦੇ ਵਿੱਚ ਹਜ਼ਾਰਾਂ ਜਥੇਬੰਦੀਆਂ ਆ, ਹਜ਼ਾਰਾਂ ਹੀ ਸੰਪਰਦਾਵਾਂ ਆ, ਨਿਹੰਗ ਸਿੰਘ ਜਥੇਬੰਦੀਆਂ, ਗੁਰਦੁਆਰਾ, ਸਾਰਿਆਂ ਨੂੰ ਸ਼ਾਂਤ ਕਰਨ ਦੇ ਲਈ ਉਹਨੂੰ ਸੈਂਟਰ ਪੁਆਇੰਟ ਤੇ ਆਉਣਾ ਪਊਗਾ ਸਾਡੇ ਤੇ। ਉਹ ਵੀ ਤਾਂ ਹੋਊਗਾ ਜੇ ਉਹ ਵਾਕਈ ਮੰਨ ਕੇ ਆਊਗਾ ਤੇ ਜੇ ਉਹ ਚਲਾਕੀ ਖੇਡਣਾ ਚਾਹੂਗਾ ਇਹ ਇਦਾਂ ਨਹੀਂ ਹੋਣਾ। ਇਹ ਇਦਾਂ ਸਾਡੀ ਵੀ ਇੱਕ ਵਾਰ ਮਤਲਬ ਪ੍ਰਸ਼ਾਸਨ ਨੇ ਵੀ ਇਹ ਸਾਨੂੰ ਗੱਲ ਕਹੀ ਵੀ ਉਹਨਾਂ ਨੇ ਮਾਫੀ ਮੰਗ ਲਈ ਹੈ, ਉਹ ਮੰਗਦਾ ਪਿਆ ਆ ਮਾਫੀ ਤੇ ਅਸੀਂ ਉਹਨਾਂ ਨੂੰ ਫਿਰ ਕਿਹਾ ਵੀ ਜਦੋਂ ਤੁਸੀਂ ਦੋ ਧਿਰਾਂ ਦੇ ਵਿੱਚ ਜਦੋਂ ਹੋ ਜਾਂਦਾ ਫਿਰ ਮਾਫੀ ਹੁੰਦੀ ਕਿੱਦਾਂ? ਦੋਨੇ ਧਿਰਾਂ ਵਹਿੰਦੀਆਂ ਤੇ ਗਲਤੀ ਹੁੰਦੀ ਹੈ, ਫਿਰ ਗਲਤੀ ਵਾਲਾ ਗਲਤੀ ਮੰਨਦਾ, ਉਹ ਫਿਰ ਕਹਿੰਦਾ ਮੈਂ ਅੱਗੇ ਤੋਂ ਨਹੀਂ ਕਰੂੰਗਾ। ਉਹ ਕਹਿੰਦਾ ਵੀ ਮੇਰੇ ਕੋਲ ਇੱਦਾਂ ਦਾ ਹੋ ਗਿਆ ਤੇ ਇਹਦੇ ਕਰਕੇ ਜੇ ਕਿਸੇ ਦੀਆਂ ਹੋ ਗਈਆਂ ਮੈਂ ਮਾਫੀ ਮੰਗਦਾ। ਮਤਲਬ ਉਹ ਤਾਂ ਹਰ ਗੱਲ ਤੋਂ ਭੱਜੂਗਾ। ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਆ, ਜਿਸ ਤਰੀਕੇ ਨਾਲ ਇਹੀ ਉਹ ਜਨਤਕ ਤੌਰ ਤੇ ਸਾਹਮਣੇ ਆ ਕੇ ਗੁਰਦਾਸ ਮਾਨ ਜਿਹੜੇ ਨੇ ਮਾਫੀ ਮੰਗਦੇ ਨੇ ਤਾਂ ਤਦ ਕਿ ਇਹ ਜਿਹੜੀ FIR ਦਰਜ ਕੀਤੀ ਗਈ ਉਹਨਾਂ ਦੇ ਖਿਲਾਫ ਤਾਂ ਇਹ ਵਾਪਸ ਲੈ ਲਈ ਜਾਏਗੀ? ਦੇਖੋ ਇਹ ਦੋ ਅਲੱਗ-ਅਲੱਗ ਚੀਜ਼ਾਂ। ਇੱਕ ਹੈਗੀ ਕਾਨੂੰਨੀ ਪ੍ਰਕਿਰਿਆ, ਸਾਨੂੰ ਇਦਾਂ ਨਹੀਂ ਬਹਿਣਾ ਚਾਹੀਦਾ ਸੀਗਾ, ਇਹ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਸੀ। ਜਿਹੜੀ ਪੰਜਾਬ ਗੌਰਮੈਂਟ ਆ ਉਹਨੂੰ ਕਹਿਣਾ ਚਾਹੀਦਾ ਸੀ ਮੇਰਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ। ਤੁਸੀਂ ਦੇਖੋ ਕਿੰਨੀ ਜਗ੍ਹਾ ਦੇ ਉੱਤੇ ਮੰਗ ਪੱਤਰ ਦਿੱਤੇ ਜਾ ਰਹੇ ਆ, ਕਿੰਨੀ ਜਗ੍ਹਾ ਦੇ ਉੱਤੇ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਜੇ ਨਹੀਂ ਹੋਊਗੇ ਤਾਂ ਇਹ ਵਧੂਗਾ, ਘਟੂਗਾ ਤਾਂ ਨਹੀਂ। ਹੁਣ ਜੇ ਅਸੀਂ ਇੱਥੇ ਘਰੋਂ ਆਏ ਆ ਤੇ ਇਹ ਇੱਕ ਮਤਲਬ ਜਿਸ ਸੁਸਾਇਟੀ ਨੂੰ ਅਸੀਂ ਬਿਲੋਂਗ ਕਰਦੇ ਉਹਨੂੰ ਜਵਾਬ ਦੇ ਵੀ, ਜਿਸ ਸੰਸਥਾ ਤੋਂ ਅਸੀਂ ਖੜੇ ਆ ਉਹਨੂੰ ਜਵਾਬ ਦੇ ਵੀ। ਅਸੀਂ ਕੀ ਕਵਾਂਗੇ ਵੀ ਅਸੀਂ 2 ਦਿਨ ਬੈਠੇ ਰਹੇ, ਮੁੜ ਕੇ ਪਰਚਾ ਨਹੀਂ ਦਰਜ ਹੋਇਆ ਤੇ ਅਸੀਂ ਘਰ ਨੂੰ ਆ ਗਏ? ਇੱਦਾਂ ਤਾਂ ਨਹੀਂ ਹੋਣ ਲੱਗਾ। ਤੇ ਅਸੀਂ ਪਰਚਾ ਉਹ ਦਰਜ ਕਰਾਉਣਾ ਚਾਹੁੰਦੇ ਆ FIR ਉਹਦੇ ਉੱਤੇ, ਤਾਂ ਇਹ ਤਾਂ ਇਹਨਾਂ ਨੂੰ ਆਪ ਲੈਣੀ ਚਾਹੀਦੀ ਸੀ ਵੀ ਉਹ ਤੇ FIR ਕਰਕੇ ਤਾਂ ਉਹਨੂੰ ਗ੍ਰਿਫਤਾਰੀ ਕਰਦੇ। ਇੱਕ ਲੇਟੈਸਟ ਜਿਹੜੀ ਹੈਗੀ ਆ ਤੁਸੀਂ ਦੇਖੋ ਵੀ
15-20 ਦਿਨ ਪਹਿਲਾਂ ਸੇਠੀ ਢਾਬੇ ਦੀ ਗੱਲ ਹੋਈ ਸੀ। ਇੱਕ ਸੇਠੀ ਢਾਬੇ ਵਾਲੇ ਨੇ ਹਮ ਘਰ ਸਾਜਨ ਆਏ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਹ ਸ਼ਬਦ ਆ ਉਹਨੂੰ ਇੱਕ ਨੱਚਣ ਵਾਲੀਆਂ ਦੇ ਨਾਲ ਯੂਜ਼ ਮਤਲਬ ਵਰਤ ਕੇ ਗੱਲ ਕਰਕੇ ਤੇ ਉਹਨੇ ਉਹ ਕੰਮ ਕੀਤਾ ਸੀਗਾ। ਤੇ ਉਹਦੇ ਉੱਤੇ ਦੂਸਰੇ ਦਿਨ ਜਿੱਦਣ ਜਸਵਿੰਦਰ ਸਿੰਘ ਹੁਣੀ ਰਾਜਪੁਰੇ ਹੁਣੀ ਗਏ ਆ ਤੇ ਉਹ ਉਹਦੇ ਤੇ ਜਦ ਕਿ ਉਹਦੇ ਪੱਖ 'ਚ ਕਈ ਕਮਿਊਨਿਟੀ ਦੇ ਬੰਦੇ ਖੜੇ ਸੀਗੇ, ਪਰ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉੱਥੇ ਹੋਈ। ਜਦੋਂ ਉਹਨੂੰ ਜੱਜ ਮੋਹਰੇ ਪੇਸ਼ ਕੀਤਾ ਤਾਂ ਉਹਨੂੰ ਹੁਣ ਉਹ ਸੰਗਰੂਰ ਜੇਲ੍ਹ ਦੇ ਵਿੱਚ ਆ। ਫਿਰ ਇਹ ਕਿੱਦਾਂ ਹੋ ਸਕਦਾ ਵੀ ਡਬਲ ਸੈਂਟੀਮੈਂਟ ਕਿੱਦਾਂ ਹੋ ਸਕਦੇ ਆ? ਤੇ ਇਹ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਆ। ਤੇ ਇਹ ਜਿਹੜਾ ਪ੍ਰਸ਼ਾਸਨ ਆ, ਐਸਐਸਪੀ ਸਾਹਿਬ ਆ ਜਾਂ ਹੋਰ ਆ, ਇਹਨਾਂ ਨੂੰ ਵੀ ਚਾਹੀਦਾ ਇਹ ਗੱਲ ਨੂੰ ਸਿਰਦਤਾ ਦੇ ਨਾਲ ਲੈਣ। ਜਿਹੜੇ ਪੋਲੀਟੀਕਲ ਲੀਡਰ ਆ, ਸਰਕਾਰ ਆ, ਉਹਨਾਂ ਨੂੰ ਵੀ ਇਹ ਗੱਲ ਚਾਹੀਦਾ ਵੀ ਇਹ ਬਹੁਤ ਵੱਡੀ ਗੱਲ ਖੜੀ ਹੋ ਜੂਗੀ, ਕਿਉਂਕਿ ਅਸੀਂ ਜਿਹੜਾ ਸਾਡਾ ਟਾਰਗੇਟ ਆ ਉਹ ਕੇਵਲ ਤੇ ਕੇਵਲ ਜਿਹੜਾ ਆ ਗੁਰਦਾਸ ਮਾਨ ਆ। ਸਾਨੂੰ ਉਹਦੇ ਡੇਰੇ ਨਾਲ ਕੋਈ ਲੈਣਾ ਨਹੀਂ, ਉਹਦਾ ਉੱਥੇ ਕੀ ਸੰਬੰਧ ਆ, ਕਿੱਦਾਂ ਉਹਦੀ ਚੱਲਦੀ ਆ ਗੱਲਬਾਤ, ਉੱਥੇ ਕੀ ਉਹ ਉੱਥੇ ਕਰਦੇ ਆ। ਅੱਜ ਦੀ ਡੇਟ 'ਚ ਸਾਨੂੰ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਗੱਲ ਦਾ। ਸਾਡਾ ਤਾਂ ਇਹ ਗੱਲ ਆ ਵੀ ਜਿਹੜੀ ਉਹਨੇ ਗੱਲ ਕਹੀ ਕਿ ਜਿਹੜੇ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਹੈਗੇ ਆ ਸਾਡੇ, ਉਹਨਾਂ ਨੂੰ ਇੱਕ ਜਿਹੜੀ ਜਾਤੀਵਾਦ 'ਚ ਉਹਨੇ ਗੱਲ ਲਿਜਾ ਕੇ ਨਾ ਭੱਲਿਆਂ ਦੀ ਗੱਲ ਕੀਤੀ। ਤੇ ਉਹਨੇ ਕਿਹਾ ਵੀ ਜਿਹੜਾ ਇਹ ਡੇਰਾ ਆ ਨਾ, ਇਹਦੇ ਮੁਖੀ ਵੀ ਜਿਹੜੇ ਸੀਗੇ ਉਹ ਵੀ ਭੱਲਿਆਂ 'ਚੋਂ ਸੀਗੇ। ਉਹਨੇ ਇਹ ਗੱਲ ਨੂੰ ਕੀਤਾ, ਜਦ ਕਿ ਜਿਹੜਾ ਸਿੱਖ ਧਰਮ ਆ ਉਹ ਕਿਸੇ ਜਾਤ ਤੇ ਬੇਸਡ ਨਹੀਂ ਹੈਗਾ। ਗੁਰੂ ਸਾਹਿਬ ਨੇ ਤਾਂ ਉਹ ਸਾਰੀ ਚੀਜ਼ ਨੂੰ ਰੱਦ ਕੀਤਾ। ਤੇ ਇਹ ਮਤਲਬ ਉਹਨਾਂ ਦੇ ਨਾਲ ਸਾਡੇ ਗੁਰੂ ਸਾਹਿਬ ਨੂੰ ਜੋੜ ਕੇ ਗੱਲ ਕਹਿਣੀ ਕੀ ਚਾਹੁੰਦਾ ਆ, ਇਹ ਬਹੁਤ ਮਤਲਬ ਵੱਡਾ ਕੁਐਸਚਨ ਆ ਇਸ ਗੱਲ ਦਾ। ਤੇ ਉਹ ਕੁਐਸਚਨ ਦਾ ਆਨਸਰ ਅਸੀਂ ਸਮਝਦੇ ਆ। ਤੇ ਇਸ ਕਰਕੇ ਉਹਨੇ ਇਹ ਗਲਤੀ ਬੜੀ ਵੱਡੀ ਕੀਤੀ ਹੈ। ਉਹਨੇ ਇੱਕ ਕਮਿਊਨਿਟੀ ਦੇ ਨਾਲ ਜਿਹੜੀ ਆ ਇੱਕ ਡੇਰੇ ਨੂੰ ਲੜਾਉਣ ਤੱਕ ਦੀ ਵੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਸਟੇਟ ਨੂੰ ਇਹ ਇੱਥੇ ਦੇ ਮੁੱਖ ਮੰਤਰੀ ਨੂੰ ਸਮਝਣੀ ਚਾਹੀਦੀ ਆ। ਤੇ ਉਹਦੇ ਉੱਤੇ ਤੁਰੰਤ ਪਰਚਾ ਜਿਹੜਾ ਨਾ ਰੱਦ ਹੋਣਾ ਚਾਹੀਦਾ। ਜਦੋਂ ਵੀ ਉਹ ਪਰਚਾ ਉਹਦੇ ਤੇ ਹੋਣਾ ਚਾਹੀਦਾ, ਉਹਨੂੰ ਗ੍ਰਿਫਤਾਰੀ ਹੋਣੀ ਚਾਹੀਦੀ ਆ। ਫਿਰ ਜੋ ਜੱਜਮੈਂਟ ਦਿੰਦਾ ਫਿਰ ਉਹਦੇ ਤੇ ਅਸੀਂ ਸਟੈਂਡ ਕਰਾਂਗੇ। ਤੇ ਦੂਜੇ ਪਾਸੇ ਹੈਗੀ ਸਾਡੀ ਕੌਮੀ ਅਕਾਲ ਤਖਤ ਸਾਹਿਬ। ਤੁਹਾਡੇ ਨਾਲ ਗੱਲਬਾਤ ਇਹ ਵੀ ਕਰਾਂਗੇ, ਲੇਕਿਨ ਅਸੀਂ ਇੱਕ ਚੀਜ਼ ਦੇਖ ਲਈਏ ਕਿ ਜਿਹੜੇ ਅੰਦਰ ਐਸਐਸਪੀ ਨਾਲ ਜਿਹੜੀ ਮੁਲਾਕਾਤ ਹੋਈ ਸੀਗੀ ਉਹ ਕਰਕੇ ਆਏ ਨੇ, ਉਹ ਹੋ ਗਈ ਹੈ। ਉਹਨਾਂ ਦਾ ਕੀ ਕਹਿਣਾ ਆ ਉਹ ਵੀ ਦੇਖਦੇ ਆ ਕੀ ਕਹਿ ਰਹੇ ਨੇ ਇਸ ਵਕਤ। ਉਹ ਜੇ ਕੋਈ ਗਲਤੀ ਕਰਦਾ ਆ ਤੇ ਜੇਕਰ ਹੁਣ ਉਹ ਮਾਫੀ ਮੰਗ ਰਿਹਾ ਆ ਤੇ ਇਸ ਕਰਕੇ ਉਹਨੂੰ ਜਿਹੜੀ ਮਾਫੀ ਆ ਉਹ ਦਿੱਤੀ ਜਾਣੀ ਚਾਹੀਦੀ ਆ। ਉਹ ਕਹਿੰਦੇ ਐਸਪੀ ਦਾ ਇਹ ਕਹਿਣਾ ਸੀ ਕਿ ਇੰਨਾ ਵੱਡਾ ਗਾਇਕ ਆ, ਅਸੀਂ ਵੀ ਉਹਨੂੰ ਸੁਣਦੇ ਰਹੇ ਆ, ਪੰਜਾਬ ਦੇ ਜਿਹੜੇ ਲੋਕ ਆ ਉਹ ਵੀ ਸੁਣਦੇ ਰਹੇ ਆ। ਤੇ ਜੇਕਰ ਉਹਨਾਂ ਨੇ ਗਲਤੀ ਕੀਤੀ ਸੀ, ਜੇਕਰ ਗੁਰਦਾਸ ਮਾਨ ਨੇ ਉਹ ਕਹਿੰਦੇ ਗਲਤੀ ਕੀਤੀ ਆ ਤੇ ਖਾਲਸਾ ਪੰਥ ਦਾ ਬੜਾ ਵੱਡਾ ਦਬਾਅ ਬਣਿਆ। ਇਹ ਵੀ ਉਹ ਕਹਿੰਦੇ ਕਿ ਇਹ ਖਾਲਸਾ ਪੰਥ ਦੀ ਜੇਤੀ ਆ ਕਿ ਜਿਹੜੀ ਉਹਨੇ ਮਾਫੀ ਮੰਗ ਲਈ। ਪਰ ਅਸੀਂ ਸਾਰਿਆਂ ਨੇ ਆਖਿਆ ਕਿ ਨਹੀਂ, ਸਿੱਖ ਸੰਗਤ ਦਾ ਜਿਹੜਾ ਰੋਹ ਉਹ ਤਾਂ ਹੀ ਮੱਠਾ ਹੋ ਸਕਦਾ ਆ, ਖਾਲਸਾ ਪੰਥ ਦਾ ਰੋਹ ਤਾਂ ਹੀ ਮੱਠਾ ਹੋ ਸਕਦਾ ਆ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਉਹਨੇ ਠੇਸ ਪਹੁੰਚਾਈ ਏ। ਉਹ ਗੱਲਬਾਤ ਹੁਣ ਤਾਂ ਹੀ ਸਹੀ ਹੋ ਸਕਦੀ ਜੇਕਰ ਉਹਦੇ ਉੱਤੇ ਜਿਹੜਾ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਜਿਹੜਾ ਪਰਚਾ ਦਰਜ ਆ ਉਹ ਕੀਤਾ ਜਾਵੇ। ਤੇ ਬਾਕੀ ਜੋ ਸਾਡੇ ਨਾਲ ਗੱਲਬਾਤ ਹੋਈ ਹੈ ਉੱਥੋਂ ਐਂ ਲੱਗਦਾ ਆ ਕਿ ਜਿਵੇਂ ਇਹਨਾਂ ਦੇ ਵੀ ਹੱਥ ਵੱਸ ਕੁਝ ਨਹੀਂ ਹੁੰਦਾ। ਉਹ ਕਹਿ ਰਹੇ ਸੀ ਕਿ ਉੱਪਰੋਂ ਹੁਕਮ ਆਉਣਗੇ, ਅਫਸਰਾਂ ਦੇ ਨਾਲ ਗੱਲਬਾਤ ਚੱਲ ਰਹੀ ਏ ਤੇ ਜਿੱਦਾਂ ਹੀ ਉੱਪਰੋਂ ਮੈਨੂੰ ਹੁਕਮ ਆ ਜਾਣਗੇ ਤੇ ਫਿਰ ਵੇਖਦੇ ਆ ਪਰਚਾ ਹੁੰਦਾ ਆ ਕਿ ਨਹੀਂ ਹੁੰਦਾ। ਪਰ ਜਿੱਥੋਂ ਤੱਕ ਸਾਨੂੰ ਲੱਗਦਾ ਆ ਕਿ ਪੁਲਿਸ ਹਾਲੇ ਤੱਕ ਗੁਰਦਾਸ ਮਾਨ ਉੱਤੇ ਪਰਚਾ ਕਰਨ ਨੂੰ ਬਿਲਕੁਲ ਵੀ ਤਿਆਰ ਨਹੀਂ ਆ। ਇੰਨੀਆਂ ਸਿੱਖ ਸੰਗਤਾਂ ਕੱਲ ਤੋਂ ਬੈਠੀਆਂ ਹੋਈਆਂ, ਸਮੂਹ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਇੱਥੇ ਪਹੁੰਚੇ ਹੋਏ ਆ। ਹੋਰ ਵੀ ਵੱਖ-ਵੱਖ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਅੱਜ ਜਿਹੜੇ ਗੁਰਦਾਸ ਮਾਨ ਦੇ ਵਿਰੁੱਧ ਜਿਹੜੇ ਰੋਸ ਮੁਜ਼ਾਹਰੇ ਆ ਉਹ ਹੋ ਰਹੇ ਆ। ਥਾਵਾਂ ਤੇ ਥਾਣਿਆਂ ਦੇ ਵਿੱਚ ਜਾਂ ਡੀਸੀਪੀ ਦਫ਼ਤਰਾਂ ਦੇ ਵਿੱਚ ਸ਼ਿਕਾਇਤਾਂ ਆ ਉਹ ਦਿੱਤੀਆਂ ਜਾ ਰਹੀਆਂ ਆ, ਪਰ ਪੁਲਿਸ ਦੇ ਉੱਤੇ ਇਸ ਚੀਜ਼ ਦਾ ਕੋਈ ਵੀ ਅਸਰ ਨਹੀਂ ਆ। ਉਹ ਬਾਰ-ਬਾਰ ਇੱਕੋ ਗੱਲ ਕਰ ਰਹੇ ਸੀ ਕਿ ਦੇਖੋ ਜੀ ਉਹਨੇ ਮਾਫੀ ਮੰਗ ਲਈ। ਇਸ ਦੇ ਜਵਾਬ ਦੇ ਵਿੱਚ ਅਸੀਂ ਉਹਨਾਂ ਨੂੰ ਕਈ ਉਦਾਹਰਨਾਂ ਦਿੱਤੀਆਂ, ਪਰ ਉਹ ਕਹਿੰਦੇ ਸੀ ਕਿ ਨਹੀਂ, ਤੁਸੀਂ ਇੱਕ ਵਾਰੀ ਸਿੰਘਾਂ ਦੇ ਨਾਲ ਵਿਚਾਰ ਕਰ ਲਵੋ। ਹੁਣ ਉਹਨਾਂ ਨੇ ਗੱਲ ਇਹੀ ਮੁਕਾਈ ਏ ਕਿ ਸਾਡੀ ਅਫਸਰਾਂ ਦੇ ਨਾਲ ਉੱਪਰ ਗੱਲਬਾਤ ਚੱਲ ਰਹੀ ਹੈ, ਸਾਡੇ ਹੱਥ ਵੱਸ ਕੁਝ ਨਹੀਂ। ਜਦੋਂ ਉੱਪਰੋਂ ਅਫਸਰਾਂ ਦਾ ਫੋਨ ਆਏਗਾ ਤਾਂ ਫਿਰ ਅਸੀਂ ਪਰਚਾ ਕਰ ਦਿਆਂਗੇ। ਫਿਰ ਅਸੀਂ ਉਹਨਾਂ ਨੂੰ ਆਖਿਆ ਕਿ ਫਿਰ ਅਸੀਂ ਬੈਠੇ ਰਹੀਏ, ਸ਼ਾਮ ਤੱਕ ਬੈਠੇ ਰਹੀਏ। ਉਹ ਕਹਿੰਦੇ ਕਿ ਦੇਖੋ ਟਾਈਮ ਲੱਗ ਸਕਦਾ ਆ, ਹਜੇ ਅਸੀਂ ਵਿਚਾਰਾਂਗੇ। ਉਹਦੀ ਮਾਫੀ ਆ ਗਈ, ਅਸੀਂ ਕਾਨੂੰਨ ਅਨੁਸਾਰ ਦੇਖਾਂਗੇ ਕਿ ਉਹਦੇ ਉੱਤੇ ਪਰਚਾ ਬਣਦਾ ਵੀ ਆ ਜਾਂ ਨਹੀਂ। ਅਸੀਂ ਧਾਰਾਵਾਂ ਦੇਖਾਂਗੇ ਕਿ ਜੇਕਰ ਬੰਦਾ ਮਾਫੀ ਮੰਗ ਲੈਂਦਾ ਆ ਕਿ ਫਿਰ ਉਹਦੇ ਉੱਤੇ ਪਰਚਾ ਬਣਦਾ ਆ ਜਾਂ ਨਹੀਂ। ਅਸੀਂ ਇਸ ਚੀਜ਼ ਨੂੰ ਵਿਚਾਰਾਂਗੇ, ਅਸੀਂ ਸਲਾਹ ਕਰ ਰਹੇ ਹਾਂ। ਇਸ ਤਰ੍ਹਾਂ ਦੇ ਜਿਹੜੀ ਕਈ ਉਹਨਾਂ ਨੇ ਬਹਾਨੇਬਾਜ਼ੀ ਆ ਉਹ ਸਾਡੇ ਨਾਲ ਕੀਤੀ ਆ, ਪਰ ਹਾਲੇ ਤੱਕ ਜਿਹੜੀ ਪੁਲਿਸ ਆ
ਉਹ ਪਰਚਾ ਕਰਨ ਨੂੰ ਬਿਲਕੁਲ ਵੀ ਜਿਹੜੀ ਤਿਆਰ ਆ ਉਹ ਨਹੀਂ। ਸੋ ਅਸੀਂ ਇਹ ਆਖਿਆ ਕਿ ਜੇਕਰ ਪੁਲਿਸ ਪਰਚਾ ਨਹੀਂ ਕਰਦੀ ਤਾਂ ਇਹ ਜਿਹੜਾ ਸੰਘਰਸ਼ ਆ ਉਹ ਲੰਬਾ ਚੱਲ ਸਕਦਾ ਆ। ਅਸੀਂ ਇਦਾਂ ਤਾਂ ਨਹੀਂ ਕਿ ਜੇ ਤੁਸੀਂ ਕਹਿ ਦਿੱਤਾ ਕਿ ਉਹਨੇ ਮਾਫੀ ਮੰਗ ਲਈ ਹੈ ਤੇ ਹੁਣ ਪਰਚਾ ਨਾ ਕਰਾਓ ਤੇ ਅਸੀਂ ਘਰਾਂ ਨੂੰ ਤੁਰ ਜਾਵਾਂਗੇ। ਇਹ ਜਿਹੜਾ ਸੰਘਰਸ਼ ਆ ਉਹ ਜਾਰੀ ਰਹੇਗਾ। ਬਾਕੀ ਜੋ ਵੀ ਸੰਗਤ ਦਾ ਵਿਚਾਰ ਹੋਏਗਾ, ਇੱਕ ਦਿਨ ਬਹਿਣਾ ਪਵੇ, 2 ਦਿਨ ਬਹਿਣਾ ਪਵੇ ਜਾਂ ਕਿਸੇ ਹੋਰ ਤਰੀਕੇ ਨਾਲ ਜਿਹੜਾ ਅਗਾਂਹ ਸੰਘਰਸ਼ ਸਾਨੂੰ ਉਹ ਸ਼ੁਰੂ ਕਰਨਾ ਪਵੇ, ਫਿਰ ਉਸ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਉਹ ਸ਼ੁਰੂ ਕੀਤਾ ਜਾਵੇਗਾ। ਪਰ ਸਾਰੇ ਜਿਹੜੇ ਵੀਰ ਗਏ ਸੀ, ਅਸੀਂ ਇਹੀ ਮਹਿਸੂਸ ਕਰਦੇ ਹਾਂ ਕਿ ਪੁਲਿਸ ਅਫਸਰ ਇਹੀ ਕਹਿ ਰਹੇ ਸੀ ਕਿ ਸਾਡੇ ਹੱਥ ਵੱਸ ਕੁਝ ਨਹੀਂ ਆ। ਜਿਵੇਂ ਕਿ ਇਹਨਾਂ ਨੂੰ ਉੱਪਰੋਂ ਕਿਸੇ ਦਾ ਹੁਕਮ ਆਉਣਾ ਹੋਵੇ, ਅਮਿਤ ਸ਼ਾਹ ਦਾ ਹੁਕਮ ਆਉਣਾ ਹੋਵੇ, ਮੋਦੀ ਦਾ ਹੁਕਮ ਆਉਣਾ ਹੋਵੇ, ਜਾਂ ਕਿ ਗੁਰਦਾਸ ਮਾਨ ਦਾ ਹੀ ਹੁਕਮ ਆਉਣਾ ਹੋਵੇ ਕਿ ਹਾਂ ਵੀ ਮੇਰੇ ਤੇ ਪਰਚਾ ਕਰ ਦਿੱਤਾ ਜਾਵੇ ਤੇ ਫਿਰ ਹੀ ਇਹ ਪਰਚਾ ਕਰਨਗੇ। ਸੋ ਇਸ ਕਰਕੇ ਪੁਲਿਸ ਨੂੰ ਜਿਹੜੀ ਆਵਾਜ਼ ਹੈ ਸਿੱਖ ਸੰਗਤਾਂ ਦੀ ਸੁਣਨੀ ਚਾਹੀਦੀ ਹੈ, ਨਹੀਂ ਤਾਂ ਇਹ ਜਿਹੜਾ ਸੰਘਰਸ਼ ਆ ਉਹ ਫਿਰ ਹੋਰ ਵੀ ਤਿੱਖਾ ਰੂਪ ਧਾਰਨ ਕਰ ਸਕਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਕਿ ਇੰਨਾ ਚਿਰ ਹੋ ਗਿਆ ਜਿਹੜੀਆਂ ਇੱਥੇ ਗੱਲਾਂ ਚੱਲ ਰਹੀਆਂ ਸੀਗੀਆਂ। ਐਸਐਸਪੀ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਗੱਲਬਾਤ ਕੀਤੀ ਜਾਏਗੀ, ਘੰਟੇ ਬਾਅਦ ਗੱਲਬਾਤ ਕੀਤੀ ਜਾਏਗੀ। ਇਹ ਜੇ ਲੋਕ ਨੇ ਇਹ ਜਾ ਕੇ ਮਿਲ ਆਏ ਨੇ। ਬਾਬਾ ਜੀ, ਜੇਕਰ ਗੱਲ ਕੀਤੀ ਜਾਵੇ, ਤੁਸੀਂ ਇੰਨਾ ਚਿਰ ਹੋ ਗਿਆ ਇੱਥੇ ਬੈਠੇ, ਲਗਭਗ 24 ਘੰਟੇ ਹੋ ਚੱਲੇ ਨੇ ਇਹ ਕਹੇ ਗਏ ਨੂੰ ਕਿ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਏ, ਪਰਚਾ ਦਰਜ ਕੀਤਾ ਜਾਏ, ਲੇਕਿਨ ਨਹੀਂ ਕੀਤਾ ਗਿਆ। ਹੁਣ ਤੁਸੀਂ ਅੰਦਰੋਂ ਹੋ ਕੇ ਵੀ ਬਾਹਰ ਆ ਗਏ ਹੋ, ਕਿਹੋ ਜਿਹਾ ਰਵੱਈਆ ਲੱਗਦਾ ਆ ਕਿ ਹਜੇ ਵੀ ਕੋਈ ਉਮੀਦ ਹੈਗੀ ਹੈ? ਕੋਈ ਉਮੀਦ ਨਹੀਂ। ਕੀ ਕਹਿ ਰਹੇ ਨੇ ਅੰਦਰ ਇਹ? ਉਹ ਕਹਿੰਦੇ ਵਿਚਾਰ ਕਰ ਰਹੇ ਹਾਂ ਜੀ, ਵਿਚਾਰ ਕਰਕੇ ਜੋ ਅਗਲਾ ਹੁਕਮ ਸਾਨੂੰ ਆਏਗਾ ਉਹ ਦੱਸਿਆ ਜਾਏਗਾ। ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਅੱਗੇ ਦੀ ਕਾਲ ਕੀ ਹੋਏਗੀ? ਕਿਸ ਤਰੀਕੇ ਨਾਲ ਜਿਹੜਾ ਇੱਥੇ ਧਰਨਾ ਆ ਇਹਨੂੰ ਵਧਾਇਆ ਜਾਏਗਾ, ਤਿੱਖਾ ਕਿਸ ਤਰੀਕੇ ਨਾਲ ਕੀਤਾ ਜਾਏਗਾ? ਇਹ ਸਾਰੀ ਸੰਗਤ ਬੈਠੀ ਹੈ, ਸਾਰੇ ਸਿੰਘ ਸਾਹਿਬਾਨ ਬੈਠੇ ਨੇ, ਉਹ ਸਾਰੀ ਵਿਚਾਰ ਕਰਨਗੇ, ਵਿਚਾਰ ਕਰਕੇ ਫਿਰ ਉਸ ਤਰ੍ਹਾਂ ਅਗਲਾ ਜਿਹੜਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੰਗਤ ਅੰਦਰੋਂ ਆਈ ਹੈ ਉਹ ਗੱਲਬਾਤ ਕਰਕੇ ਆਈ ਹੈ, ਐਸਐਸਪੀ ਦੇ ਨਾਲ ਗੱਲਬਾਤ ਕਰਕੇ ਆਏ ਨੇ, ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਆਏ ਨੇ, ਲੇਕਿਨ ਹਾਲੇ ਤੱਕ ਕੋਈ ਜਿਹੜਾ ਸਾਰ ਜਿਹੜੇ ਨੇ ਐਫਆਈਆਰ ਦਰਜ ਕਰਨ ਦੇ, ਪਰਚਾ ਦਰਜ ਕਰਨ ਦੇ, ਉਹ ਬਣ ਨਹੀਂ ਰਹੇ ਨੇ। ਲਗਾਤਾਰ ਜਿਵੇਂ ਤੁਸੀਂ ਸੁਣਿਆ ਜਿਹੜੇ ਲੋਕ ਅੰਦਰੋਂ ਆਏ ਨੇ ਉਹਨਾਂ ਨੇ ਵੀ ਇਹੀ ਕਿਹਾ, ਜਿਸ ਵਕਤ ਗੱਲਬਾਤ ਚੱਲ ਰਹੀ ਸੀਗੀ ਪੁਲਿਸ ਪ੍ਰਸ਼ਾਸਨ ਇਦਾਂ ਦੀ ਪ੍ਰਤੀਤ ਹੁੰਦੀ ਸੀਗੀ ਕਿ ਕਿਤੇ ਹੋਰੋਂ ਆਰਡਰ ਦੀ ਭਾਲ ਕਰ ਰਹੀ ਹੈ, ਉੱਪਰੋਂ ਕੋਈ ਆਰਡਰ ਆਏਗਾ ਫਿਰ ਕੋਈ ਜਿਹੜਾ ਡਿਸੀਜਨ ਹੈ ਉਹ ਲਿਆ ਜਾਏਗਾ। ਕਿਸ ਤਰੀਕੇ ਨਾਲ ਮੈਨੀਪੂਲੇਟਿਵ ਜਿਹੜਾ ਪ੍ਰਸ਼ਾਸਨ ਹੈ ਇਸ ਵਕਤ ਚੱਲ ਰਿਹਾ ਆ, ਅਗਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਇਹ ਧਰਨੇ ਨੂੰ ਹੋਰ ਵਧਾਉਣ ਦੀਆਂ ਵੀ ਗੱਲਾਂ ਕੀਤੀਆਂ ਆ, ਲੇਕਿਨ ਹਜੇ ਤੱਕ ਮੁੜ ਕੇ ਜਾਣ ਦੇ ਕੋਈ ਅਸਾਰ ਨਹੀਂ ਆ। ਜਦ ਤੱਕ ਗੁਰਦਾਸ ਮਾਨ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਉਹਦੇ ਅਗੇਂਸਟ ਪਰਚਾ ਨਹੀਂ ਦਰਜ ਕੀਤਾ ਜਾਂਦਾ ਤੇ ਇਹ ਆਸ਼ਵਾਸਨ ਨਹੀਂ ਦਿਲਾਇਆ ਜਾਂਦਾ ਕਿ ਜਿਹੜੀ ਕੰਪਲੇਂਟ ਹੈਗੀ ਆ ਉਹਦੇ ਉੱਤੇ ਚੰਗੀ ਜਾਂਚ ਕੀਤੀ ਜਾਏਗੀ। ਕੈਮਰਾਮੈਨ ਸੁਨੀਲ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਜਲੰਧਰ।